हर सोमवार की तरह ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿਸ਼ੇ ਦੇ ਵਿਚਾਰ ਸਾਂਝੀ ਕਰਦੇ ਹਨ। ਸੋ ਪਿਛਲੇ 3 ਹਫ਼ਤਿਆਂ ਤੋਂ 5 ਵਿਕਾਰਾਂ ਦੇ ਸੰਬੰਧਿਤ ਵਿਸ਼ੇ ਆਪ ਜੀ ਨੇ ਆਰੰਭ ਕੀਤੇ ਹੋਏ ਹਨ। ਅੱਜ ਉਸ ਤੋਂ ਅਗਲਾ ਜਿਹੜਾ ਵਿਸ਼ਾ ਹੈ ਉਹ ਆਪ ਜੀ ਨਾਲ ਸਾਂਝਾ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਗੁਰਬਾਣੀ ਵਿੱਚ 5 ਵਿਸ਼ੇ ਜਿਨ੍ਹਾਂ ਦਾ ਬਾਰ-ਬਾਰ ਜ਼ਿਕਰ ਕੀਤਾ ਗਿਆ ਹੈ, ਉਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ ਵੀ ਇਹ ਵਿਸ਼ੇ ਹੈ ਕੀ ਚੀਜ਼ ਨੇ। ਵਿਸ਼ੇ ਦਾ ਅਸਲੀ ਸ਼ਬਦੀ ਅਰਥ ਤਾਂ ਜ਼ਹਿਰ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਜ਼ਿੰਦਗੀ ਵਿੱਚ ਜ਼ਹਿਰ ਘੋਲ ਦਿੰਦੀਆਂ ਹਨ। ਇਹਨਾਂ ਨੂੰ ਵਿਕਾਰ ਵੀ ਤਾਂ ਹੀ ਕਿਹਾ ਗਿਆ ਕਿਉਂਕਿ ਸਾਡੀ ਜ਼ਿੰਦਗੀ ਨੂੰ ਇਹ ਬਰਬਾਦ ਕਰਦੀਆਂ ਹਨ। ਉਹਦੇ ਵਿੱਚ ਅਸੀਂ ਕਾਮ, ਕ੍ਰੋਧ, ਲੋਭ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਅਸੀਂ ਮੋਹ ਤੇ ਹੰਕਾਰ ਇਹ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਤੋ ਸਭ ਤੋਂ ਪਹਿਲਾਂ ਅਸੀਂ ਇਹ ਸੋਚੀਏ, ਮੋਹ ਹੈ ਕੀ ਚੀਜ਼। ਕਿਸੇ ਵੀ ਵਸਤੂ ਨਾਲ ਹੱਦ ਤੋਂ ਵੱਧ ਪਕੜ ਜਾਂ ਲਗਾਓ ਬਣ ਜਾਣਾ, ਇਹ ਮੋਹ ਦੀ ਨਿਸ਼ਾਨੀ ਹੈ। ਹੱਦ ਤੋਂ ਵੱਧ ਪਕੜ ਜਾਂ ਲਗਾਓ ਬਣ ਜਾਣਾ, ਇਹ ਮੋਹ ਦੀ ਨਿਸ਼ਾਨੀ ਹੈ। ਆਪਣੇ ਡਿਊਟੀਜ਼ ਨੂੰ, ਫਰਜ਼ਾਂ ਦੀ ਪਾਲਣਾ ਕਰਨ ਲਈ ਸਨੇਹ ਜਾਂ ਪ੍ਰੇਮ ਕਰਨਾ ਮੋਹ ਨਹੀਂ ਹੈ। ਜਿੱਥੇ ਫਰਜ਼ ਦੀ ਪੂਰਤੀ ਹੈ, ਪਰਿਵਾਰਕ ਫਰਜ਼ ਹਨ, ਸੰਸਾਰ ਸਮਾਜ ਲਈ ਸਾਡੇ ਫਰਜ਼ ਹਨ, ਉਹਨਾਂ ਦੇ ਡਿਊਟੀਜ਼ ਨੂੰ ਪੂਰਾ ਕਰਨਾ ਮੋਹ ਨਹੀਂ ਹੈ। ਮੋਹ ਅਗਿਆਨਤਾ ਕਰਕੇ ਜਗਤ ਦੇ ਪਦਾਰਥਾਂ ਵਿੱਚ ਇੰਨਾ ਕੁ ਖਚਤ ਹੋ ਜਾਣਾ, ਇੰਨਾ ਕੁ ਮਗਨ ਹੋ ਜਾਣਾ ਕਿ ਹਰ ਦਿਨ ਉਹਨਾਂ ਦਾ ਵਿਚਾਰ ਹੀ ਸਾਡੇ ਅੰਦਰ ਚੱਲਦਾ ਰਹੇ, ਇਹਨੂੰ ਮੋਹ ਕਿਹਾ ਜਾਂਦਾ ਹੈ। ਬੈਠਦਿਆਂ, ਸੌਂਦਿਆਂ, ਜਾਗਦਿਆਂ ਇਹਨਾਂ ਪਦਾਰਥਾਂ ਦੀ ਪਕੜ ਜਦੋਂ ਸਾਡੇ ਅੰਦਰ ਬਣ ਜਾਂਦੀ ਹੈ ਤਾਂ ਫਿਰ ਇਹ ਮੋਹ ਦਾ ਰੂਪ ਧਾਰਨ ਕਰ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਇਹਦਾ ਨਾਮ ਆਨੰਦ ਸਾਹਿਬ ਦੀ ਬਾਣੀ ਵਿੱਚ ਮਾਇਆ ਕਰਕੇ ਵੀ ਰੱਖਿਆ ਹੈ। ਮੋਹ ਨੂੰ ਮਾਇਆ ਵੀ ਕਿਹਾ ਜਾਂਦਾ ਹੈ। ਇਹ ਸਾਰੇ ਵਿਕਾਰ ਮਾਇਆ ਦਾ ਰੂਪ ਹਨ। ਤੇ ਇਹ ਮਾਇਆ ਕਦੋਂ ਬਣਦੀ ਹੈ? ਇਹ ਮਾਇਆ ਚਿੱਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਇਹ ਵਿਕਾਰ ਕਦੋਂ ਕਹਾਉਂਦੇ ਨੇ? ਵਿਸ਼ੇ ਕਦੋਂ ਬਣਦੇ ਹਨ? ਜਦੋਂ ਹਰੀ ਵਿਸਰ ਜਾਵੇ, ਅੰਦਰ ਮੋਹ ਦੀ ਪਕੜ ਬਣ ਜਾਏ ਤੇ ਕਰਤਾਰ ਨੂੰ ਛੱਡ ਕੇ ਕਰਤਾਰ ਦੀਆਂ ਬਣਾਈਆਂ ਹੋਈਆਂ ਵਸਤਾਂ ਦੇ ਨਾਲ ਸਾਡਾ ਪਿਆਰ ਬਣ ਜਾਏ। ਕਾਦਰ ਨੂੰ ਛੱਡ ਕੇ ਉਹਦੀ ਰਚੀ ਹੋਈ ਕੁਦਰਤ ਨਾਲ ਜਦੋਂ ਅਸੀਂ ਇੰਨੀ ਕੁ ਪਕੜ ਬਣਾ ਲੈਂਦੇ ਹਾਂ ਜਿਹਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਏ ਤਾਂ ਉਹ ਮੋਹ ਦਾ ਰੂਪ ਕਿਹਾ ਜਾਂਦਾ, ਉਹਨੂੰ ਮਾਇਆ ਦਾ ਰੂਪ ਕਿਹਾ ਜਾਂਦਾ ਹੈ। ਇਹ ਮੋਹ ਦੇ ਨਾਲ ਹੀ ਮਨੁੱਖ ਕਈਆਂ ਦੇ ਨਾਲ ਬਹੁਤ ਨੇੜਤਾ ਬਣਾ ਲੈਂਦਾ। ਜਿਹੜੇ ਆਪਣੇ ਹਨ ਉਹਨਾਂ ਨੂੰ ਆਪਣੇ ਕਹਿਣ ਲੱਗ ਪੈਂਦਾ ਤੇ ਜਿਹੜੇ ਬੇਗਾਨੇ ਹਨ ਉਹਨਾਂ ਨੂੰ ਦੁਸ਼ਮਣ ਜਾਂ ਮਾੜੇ ਹੋਰ ਕਈ ਤਰ੍ਹਾਂ ਦੇ ਲਫ਼ਜ਼ ਉਹਨਾਂ ਲਈ ਵਰਤਦਾ ਹੈ।
ਆਪਣੇ ਤੇ ਬੇਗਾਨੇ ਦਾ ਵਿਤਕਰਾ ਮੋਹ ਦੇ ਵਿੱਚੋਂ ਪੈਦਾ ਹੁੰਦਾ ਹੈ। ਪਰ ਗੁਰੂ ਸਾਹਿਬ ਜੀ ਨੇ ਇਸ ਮੋਹ ਤੋਂ ਹਟ ਕੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਇਹ ਗੱਲ ਸਾਨੂੰ ਸਮਝਾਈ ਹੈ। ਇਹ ਤਾਤ ਪਰਾਈ ਮੋਹ ਵਿੱਚੋਂ ਪੈਦਾ ਹੁੰਦੀ ਹੈ। ਦੂਜੇ ਨਾਲ ਨਫ਼ਰਤ, ਆਪਣੇ ਨਾਲ ਮੁਹੱਬਤ, ਈਰਖਾ ਮੋਹ ਵਿੱਚੋਂ ਪੈਦਾ ਹੁੰਦੀ। ਇਹ ਚੀਜ਼ਾਂ ਮੋਹ ਵਿੱਚੋਂ ਜਨਮ ਲੈਂਦੀਆਂ ਹਨ। ਜਿਸ ਨਾਲ ਮੋਹ ਹੁੰਦਾ ਹੈ ਉਹਦੇ ਦੁੱਖ ਵਿੱਚ, ਸੁੱਖ ਵਿੱਚ, ਹਰ ਹਾਲਤ ਵਿੱਚ ਬੰਦਾ ਆਪਣੇ ਆਪ ਤੇ ਹੀ ਪੀੜਾ ਮਹਿਸੂਸ ਕਰਦਾ ਹੈ। ਜਿਹੋ ਜਿਹੀ ਹਾਲਤ ਉਸਦੀ ਹੁੰਦੀ ਹੈ ਉਹੋ ਜਿਹੀ ਹਾਲਤ ਹੀ ਉਹ ਆਪਣੀ ਬਣਾ ਲੈਂਦਾ ਹੈ। ਦੇਖੋ, ਜਿਹਦੇ ਨਾਲ ਸਾਡਾ ਜ਼ਿਆਦਾ ਪਿਆਰ ਲਫ਼ਜ਼ ਮੈਂ ਇਸ ਕਰਕੇ ਵਰਤਿਆ ਸਾਨੂੰ ਸਮਝ ਆ ਜਾਏ, ਅਸਲ ਵਿੱਚ ਮੋਹ ਹੁੰਦਾ ਹੈ। ਪਿਆਰ ਤੇ ਮੋਹ ਵਿੱਚ ਫਰਕ ਹੈ। ਪਿਆਰ ਇੱਕ ਸੀਮਤ ਸੀਮਾ ਤੱਕ ਹੈ, ਮੋਹ ਦੀ ਕੋਈ ਸੀਮਾ ਨਹੀਂ ਹੁੰਦੀ, ਅਸੀਮਤ ਹੈ, ਪਤਾ ਨਹੀਂ ਕਿੱਥੇ ਤੱਕ ਇਹ ਡਿੱਗ ਜਾਏਗਾ। ਇਹ ਕਾਰਨ ਹੈ ਵੀ ਜਦੋਂ ਦੁੱਖ ਸੁੱਖ ਦੀ ਹਾਲਤ ਜਦੋਂ ਹੁੰਦੀ ਹੈ ਉਦੋਂ ਮਨੁੱਖ ਆਪਣੇ ਆਪ ਤੇ ਵੀ ਉਹ ਚੀਜ਼ਾਂ ਮਹਿਸੂਸ ਕਰਦਾ ਹੈ ਜਿਹੜੀਆਂ ਉਹਦੇ ਨੇੜੇ ਦੇ ਦੋਸਤ ਨਾਲ, ਮਿੱਤਰ ਨਾਲ, ਸੰਬੰਧੀ ਨਾਲ, ਜਿਨ੍ਹਾਂ ਉਹਦੀ ਮਮਤਾ ਹੈ, ਮੋਹ ਹੈ, ਉਹਦੇ ਤੇ ਉਨੀ ਹੀ ਪੀੜਾ ਮਹਿਸੂਸ ਕਰਦਾ ਹੈ। ਕਾਰਨ ਮੋਹ ਹੈ, ਮਮਤਾ ਹੈ, ਪਕੜ ਹੈ। ਇਹ ਕਹਿ ਲਈਏ ਕਿ ਇਹੋ ਜਿਹਾ ਇਹ ਮਨੁੱਖ ਆਪਣੇ ਨੇੜੇ ਸੰਬੰਧੀਆਂ ਦੇ ਜਾਂ ਭਰਾ ਦੇ ਦੁੱਖ ਨਾਲ ਦੁਖੀ ਹੁੰਦਾ ਹੈ ਤੇ ਸੁੱਖ ਨਾਲ ਸੁਖੀ ਹੁੰਦਾ ਹੈ। ਉਹਦੇ ਦੁੱਖ ਵਿੱਚ ਦੁਖੀ ਹੈ, ਉਹਦੇ ਸੁੱਖ ਵਿੱਚ ਸੁਖੀ ਹੈ। ਜੇ ਮਨੁੱਖ ਇਹੋ ਜਿਹਾ ਵਿਚਾਰ ਇਹਦੇ ਬਣ ਜਾਂਦੇ ਆ, ਆਪਣੇ ਮਿੱਤਰ ਦੇ ਲਾਭ ਨਾਲ ਸੁੱਖ ਤੇ ਵੈਰੀ ਦੇ ਲਾਭ ਨਾਲ ਦੁੱਖ, ਆਪਣੇ ਸੱਜਣ ਮਿੱਤਰ ਦੇ, ਸੰਬੰਧੀ ਦੇ ਲਾਭ ਨਾਲ ਉਹਨੂੰ ਕੋਈ ਲਾਹਾ ਮਿਲ ਜਾਏ, ਕੋਈ ਚੀਜ਼ ਮਿਲ ਜਾਏ ਤੇ ਅੰਦਰੋਂ ਦੁੱਖ ਮਹਿਸੂਸ ਕਰਨਾ ਕਿ ਕਿਉਂ ਹੋ ਗਿਆ, ਕਿਵੇਂ ਹੋ ਗਿਆ, ਇਹਨੇ ਕਿਵੇਂ ਲੈ ਆਂਦਾ, ਇਹਨੇ ਕਾਰ ਗੱਡੀ ਵੱਡੀ ਕਿਵੇਂ ਖਰੀਦ ਲਈ, ਇਹਦੇ ਕੋਈ ਇਹਨੇ ਪੈਸੇ ਕਿੱਥੋਂ ਆਏ। ਲੱਖ ਤਰ੍ਹਾਂ ਦੇ ਅਸੀਂ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਾਂ ਵੀ ਇਹਨੇ ਪੈਸੇ ਦੇ ਮਾਰੇ ਹੋਣਗੇ, ਕਿਸੇ ਦੇ ਖੋਲੇ ਹੋਣਗੇ, ਕਿਸੇ ਦਾ ਹੱਕ ਮਾਰਿਆ ਹੋਏਗਾ। ਇਹ ਸਾਡੀ ਮਮਤਾ ਵਿੱਚੋਂ ਚੀਜ਼ਾਂ, ਸਾਡੀ ਪਕੜ ਮੋਹ ਵਿੱਚੋਂ ਪੈਦਾ ਹੁੰਦੀਆਂ। ਇਹ ਮੋਹ ਇਹਨਾਂ ਦਾ ਮੂਲ ਹੈ, ਇਹਨਾਂ ਦਾ ਮੂਲ ਮੋਹ ਹੈ ਕਿ ਵੀ ਮਿੱਤਰ ਦੇ ਲਾਭ ਨਾਲ ਸੁਖੀ ਤੇ ਆਪਣੇ ਵਿਰੋਧੀ ਦੇ ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਵੈਰੀ ਦੇ, ਦੁਸ਼ਮਣ ਦੇ ਲਾਭ ਦੇ ਨਾਲ ਦੁਖੀ ਤੇ ਉਹਦੇ ਨੁਕਸਾਨ ਵਿੱਚ ਹੱਸਣਾ, ਸੁੱਖ ਬਣਾਉਣਾ, ਇਹ ਮੋਹ ਵਿੱਚੋਂ ਪੈਦਾ ਹੁੰਦਾ ਹੈ। ਚੰਗਾ ਹੋਇਆ, ਇਹ ਤਾਂ ਹੋਣਾ ਹੀ ਸੀ, ਇਹਨੇ ਬੜੀ ਅੱਤ ਚੁੱਕੀ ਹੋਈ ਸੀ, ਇਸ ਤਰ੍ਹਾਂ ਹੀ ਕਰਦਾ ਸੀ। ਇਹ ਸਾਡੀ ਆਮ ਬੋਲੀ ਦੇ ਲਫ਼ਜ਼ ਨੇ ਮੈਂ ਜਿਹੜੇ ਇਸਤੇਮਾਲ ਕਰ ਰਿਹਾ ਹਾਂ, ਕਿ ਅਸੀਂ ਆਮ ਘਰਾਂ 'ਚ ਗੱਲਾਂ ਕਰਦੇ ਹਾਂ ਵੀ ਇਹਨਾਂ ਇਹੋ ਕੁਝ ਹੋਣਾ ਹੀ ਸੀ, ਇਹ ਵਾਪਰਨਾ ਹੀ ਸੀ, ਇਹਨੇ ਇਹ ਕੁਝ ਚੁੱਕਿਆ ਹੋਇਆ ਸੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਦੀ ਯਾਦ ਹੋਵੇ ਤਾਂ ਉਹ ਪ੍ਰੇਮ ਹੈ, ਉਹ ਮੋਹ ਨਹੀਂ ਹੈ। ਯਾਦ ਅਤੇ ਸਿਮਰਨ ਤੋਂ ਬਿਨਾ ਬਾਕੀ ਜੋ ਲਗਾਓ ਹੈ, ਪਕੜ ਹੈ, ਉਹ ਮੋਹ ਹੈ। ਹੁਣ ਥੋੜੀ ਜਿਹੀ ਡੈਫੀਨੇਸ਼ਨ ਦੀ ਕਲੈਰਿਟੀ ਸਾਨੂੰ ਹੋ ਜਾਣੀ ਚਾਹੀਦੀ ਹੈ ਵੀ ਮੋਹ ਕਿਸ ਨੂੰ ਕਹਿੰਦੇ ਨੇ। ਅਸੀਂ ਆਮ ਤੌਰ ਤੇ ਮੋਹ ਦੀ ਪਰਿਭਾਸ਼ਾ ਨੂੰ ਨਾ ਸਮਝ ਕੇ ਇਹਨੂੰ ਹੋਰ ਲਫ਼ਜ਼ਾਂ ਵਿੱਚ ਵਰਤ ਲੈਂਦੇ ਹਾਂ, ਲੇਕਿਨ ਇਹ ਗੱਲ ਸਪਸ਼ਟ ਕਰ ਲਈਏ ਕਿ ਵਾਹਿਗੁਰੂ ਦੀ ਆਪਣੇ ਪ੍ਰੀਤਮ ਦੀ ਯਾਦ ਤੇ ਪ੍ਰੇਮ ਤੇ ਉਹਦੇ ਸਿਮਰਨ ਤੋਂ ਬਿਨਾ ਜਿਹੜਾ ਹੋਰ ਪਕੜ ਹੈ, ਹੋਰ ਲਗਾਓ ਹੈ, ਉਹ ਮੋਹ ਹੈ। ਇਹਨੂੰ ਹੋਰ ਥੋੜੀ ਜਿਹਾ ਵਿਸ਼ਾਲ ਕਰ ਦਿੱਤਾ ਇਸ ਪਰਿਭਾਸ਼ਾ ਨੂੰ। ਪਰਿਵਾਰ ਤੋਂ ਉੱਠਿਆ, ਸੰਸਾਰ ਤੱਕ ਗਿਆ, ਸੰਸਾਰ ਤੋਂ ਨਿਰੰਕਾਰ ਤੱਕ ਜਾਣਾ ਸੀ, ਪਰ ਨਾ ਨਿਰੰਕਾਰ ਦਾ ਮਾਰਗ ਦੇਖਿਆ, ਨਾ ਨਿਰੰਕਾਰ ਦਾ ਦੇਸ਼ ਦੇਖਿਆ, ਨਾ ਨਿਰੰਕਾਰ ਦੇ ਘਰ ਦੀ ਗੱਲ ਕੀਤੀ, ਨਾ ਉਹਦੀ ਯਾਦ ਕੀਤੀ। ਇਹਦਾ ਮਤਲਬ ਉਹ ਸਾਡੀ ਜ਼ਿੰਦਗੀ ਮੋਹ ਦੀ ਪਕੜ ਵਿੱਚ ਹੈ।
ਪਰਮੇਸ਼ਰ ਕਦੋਂ ਭੁੱਲਦਾ ਹੈ? ਜਦੋਂ ਸਾਡੇ ਸੰਸਾਰ ਦੀ ਮੋਹ ਜ਼ਿਆਦਾ ਹੋ ਜਾਂਦਾ ਹੈ। ਇਹ ਵੀ ਕਾਰਨ ਹੈ ਜਦੋਂ ਅਸੀਂ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਆਉਣ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਪ੍ਰੇਮੀਆਂ ਦਾ ਜਵਾਬ ਹੁੰਦਾ ਹੈ, ਸਾਡੇ ਕੋਲ ਸਮਾਂ ਹੀ ਨਹੀਂ ਹੈ, ਟਾਈਮ ਹੀ ਨਹੀਂ ਹੁੰਦਾ ਜੀ, ਕੀ ਕਰੀਏ, ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ, ਫਲਾਣਾ ਕੁਝ ਕਰਨਾ ਹੁੰਦਾ, ਕਈ ਪ੍ਰਕਾਰ ਦੇ ਬਹਾਨੇ ਜਿਹੜੇ ਉਹ ਬਣ ਜਾਂਦੇ ਹਨ। ਕਾਰਨ ਕੀ ਹੈ? ਪਕੜ ਹੈ, ਮੋਹ ਹੈ। ਜੇ ਇਹ ਮੋਹ ਪਰਮਾਤਮਾ ਨਾਲ ਜੁੜਦਾ ਤਾਂ ਪ੍ਰੇਮ ਬਣ ਜਾਂਦਾ, ਜਿਸ ਕਰਤਾਰ ਨਾਲ ਜੁੜਦਾ ਤਾਂ ਪ੍ਰੇਮ ਬਣ ਜਾਂਦਾ, ਪਰ ਕਿਉਂਕਿ ਸੰਸਾਰ ਨਾਲ ਜੁੜਿਆ, ਕਾਦਰ ਦੀ ਬਣਾਈ ਹੋਈ ਕੁਦਰਤ ਨਾਲ ਜੁੜਿਆ, ਹੁਣ ਇਹ ਮੋਹ ਦਾ ਰੂਪ ਧਾਰਨ ਕਰ ਗਿਆ। ਬੜੀ ਸਪਸ਼ਟ ਗੱਲ ਹੈ ਵੀ ਪ੍ਰਮਾਤਮਾ ਦੀ ਯਾਦ ਅਤੇ ਉਹਦੇ ਸਿਮਰਨ ਤੋਂ ਬਿਨਾਂ ਬਾਰ-ਬਾਰ ਯਾਦ, ਸਿਮਰਨ ਦਾ ਅਰਥ ਹੈ ਬਾਰ-ਬਾਰ ਯਾਦ। ਸਿਮਰਨ ਦਾ ਅਰਥ ਕੋਈ ਖਾਸ ਸ਼ਬਦ ਦੀ ਯਾਦ ਨਹੀਂ, ਸਿਮਰਨ ਦਾ ਅਰਥ ਹੀ ਯਾਦ ਹੈ, ਚੇਤਾ ਹੈ, ਆਪਣੇ ਚਿੰਤਨ ਦਾ ਹਿੱਸਾ ਬਣਾਉਣ ਤੋਂ ਬਿਨਾਂ। ਸਿਮਰਨ ਦੇ ਅਰਥਾਂ ਨੂੰ ਜਦੋਂ ਅਸੀਂ ਬਹੁਤ ਛੋਟੀ ਜਿਹੀ ਪਰਿਭਾਸ਼ਾ 'ਚ ਦੇਖ ਲੈਂਦੇ ਹਾਂ ਵੀ ਇੱਕ ਸ਼ਬਦ ਨੂੰ ਉਚਾਰੀ ਜਾਣਾ ਹੀ ਸਿਮਰਨ ਹੈ, ਨਹੀਂ, ਸਿਮਰਨ ਦੇ ਲਫ਼ਜ਼ੀ ਅਰਥ ਯਾਦ ਹਨ। ਆਪਣੀ ਯਾਦ ਦਾ ਹਿੱਸਾ ਬਣਾਉਣਾ, ਇਹ ਅਸਲ 'ਚ ਸਿਮਰਨ ਹੈ। ਉਹ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਹਰ ਸਮੇਂ ਸੇ ਉਹ ਯਾਦ ਸਾਡੇ ਅੰਦਰ ਮਨ ਵਿੱਚ ਘੁੰਮਦੀ ਰਹੇ ਤਾਂ ਉਹ ਸਿਮਰਨ ਹੈ। ਜਦੋਂ ਯਾਦ ਹੋਏਗੀ ਉਦੋਂ ਸਾਡੀ ਕਾਰ ਵੀ ਉਸ ਦੇ ਹੁਕਮ ਵਿੱਚ ਹੋਏਗੀ। ਜਦੋਂ ਨਿਰੰਕਾਰ ਦੀ ਯਾਦ ਹੋਏਗੀ ਤਾਂ ਫਿਰ ਜੀਵਨ ਦੀ ਕਾਰ ਵੀ ਉਸ ਨਿਰੰਕਾਰ ਦੇ ਹੁਕਮ ਵਿੱਚ ਹੋਏਗੀ। ਬਸ ਯਾਦ ਨਾ ਹੋਣਾ, ਕਾਰ ਆਪਣੀ ਮਰਜ਼ੀ ਨਾਲ ਕਰਨਾ, ਕਰਤਾਰ ਦੇ ਹੁਕਮ ਦੀ ਤਾਮੀਲ ਨਾ ਕਰਨੀ, ਅੱਗੋਂ ਵਿਰੋਧੀ ਬਣ ਕੇ ਖੜੇ ਹੋ ਜਾਣਾ, ਇਹ ਸੰਸਾਰ ਦੇ ਮੋਹ ਵਿੱਚੋਂ ਜਨਮ ਲੈਂਦੀਆਂ ਹਨ। ਦੁਨੀਆ ਦੇ ਮੋਹ ਵਿੱਚੋਂ ਇਹ ਚੀਜ਼ਾਂ ਜਨਮ ਲੈਂਦੀਆਂ ਹਨ। ਜਜ਼ਬਾ ਮੋਹ ਦਾ ਜੋ ਜਜ਼ਬਾ ਹੈ, ਇੰਨਾ ਸੂਖਸ਼ਮ ਹੈ, ਇੰਨਾ ਛੁਪਿਆ ਹੋਇਆ ਹੈ, ਇੰਨਾ ਬਰੀਕ ਹੈ। ਜਿੱਥੇ ਬਰੀਕ ਹੈ ਉੱਥੇ ਤੇਜ਼ ਵੀ ਬਹੁਤ ਹੈ। ਪਰ ਇਕੱਲੇ ਇੱਕ ਨਹੀਂ, ਹਰ ਥਾਂ ਦੀ, ਭਾਵੇਂ ਕੋਈ ਕੰਟਰੀ ਲੈ ਲਓ, ਗਲੋਬਲ ਵਰਲਡ ਦੇ ਕਿਸੇ ਹਿੱਸੇ ਵਿੱਚ ਲੈ ਲਈਏ, ਇਹ ਹਰ ਥਾਂ ਤੇ ਇੰਨਾ ਤੇਜ਼ ਹੈ ਕਿ ਮਨੁੱਖ ਭਾਵੇਂ ਕਿੰਨਾ ਵੀ ਖੁਸ਼ਕ ਕਿਉਂ ਨਾ ਹੋਵੇ, ਖੁਸ਼ਕੀ ਸੁਭਾਅ ਦਾ ਕਿਉਂ ਨਾ ਹੋਵੇ, ਕਰਖਤ ਸੁਭਾਅ ਦਾ ਵੀ ਕਿਉਂ ਨਾ ਹੋਵੇ, ਉਹ ਕਿਸੇ ਨਾ ਕਿਸੇ ਚੀਜ਼ ਨਾਲ ਪਿਆਰ ਜ਼ਰੂਰ ਕਰੇਗਾ। ਇਹ ਜ਼ਰੂਰੀ ਚੀਜ਼ ਹੈ। ਇਹ ਨਹੀਂ ਵੀ ਉਹਦਾ ਕਿਸੇ ਨਾਲ ਪਿਆਰ ਨਾ ਹੋਵੇ, ਜਿੰਨਾ ਮਰਜ਼ੀ ਕਰਖਤ ਹੋਵੇ ਬੰਦਾ। ਕਈ ਘਰ-ਬਾਰ ਤਿਆਗ ਜਾਂਦੇ ਹਨ, ਪਰ ਜਾਨਵਰ ਪਾਲ ਕੇ, ਫੁੱਲ ਬੂਟੇ ਲਾ ਕੇ, ਬਗੀਚੀਆਂ ਲਾ ਕੇ, ਜਾਂ ਇਹ ਕਹਿ ਲਈਏ ਕੱਖਾਂ ਦੀ ਝੁੱਗੀ ਪਾ ਕੇ ਉਹਦੇ ਨਾਲ ਹੀ ਪਿਆਰ ਕਰ ਲੈਣਾ, ਅਪਰਤ ਕਾਇਮ ਕਰ ਲੈਣੀ, ਇਹ ਵੀ ਮੋਹ ਹੈ। ਅੱਜ ਦੇ ਸਮਾਜ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੇ ਬੱਚੇ, ਬੱਚੀਆਂ ਵਿਆਹ ਨਹੀਂ ਕਰਾਉਂਦੇ, ਪਰ ਘਰ ਵਿੱਚ ਉਸ ਮੋਹ ਨੂੰ ਪ੍ਰਗਟ ਕਰਨ ਦੇ ਲਈ ਪੈਟਸ, ਜਿਹਨੂੰ ਅਸੀਂ ਕੁੱਤਾ ਕਹਿ ਦਿੰਦੇ ਹਾਂ, ਇੱਕ ਇੱਕ, ਦੋ ਦੋ, ਤਿੰਨ ਤਿੰਨ ਵੀ ਰੱਖੇ ਹੁੰਦੇ ਨੇ। ਕਿਸੇ ਨੇ ਬਿੱਲੀਆਂ ਰੱਖੀਆਂ ਹੁੰਦੀਆਂ, ਕਿਸੇ ਨੇ ਤੋਤੇ ਰੱਖੇ ਹੁੰਦੇ ਨੇ, ਕਿਉਂਕਿ ਮੋਹ ਤਾਂ ਇੱਕ ਪਾਸੇ ਜ਼ਰੂਰ ਆਏਗਾ, ਨਿਕਲੇਗਾ। ਜੇ ਇਨਸਾਨ ਨਾਲ ਨਹੀਂ ਹੋਇਆ ਤੇ ਜਾਨਵਰ ਨਾਲ ਹੋਇਆ, ਕਿਉਂਕਿ ਜਜ਼ਬਾ ਹੈ, ਇਹ ਹਰ ਇਨਸਾਨ ਵਿੱਚ ਪੈਦਾ ਹੁੰਦਾ ਹੈ। ਅਸੀਂ ਵੇਖਦੇ ਹਾਂ ਸਮਾਜ ਵਿੱਚ ਇੱਕ ਐਸਾ ਜਜ਼ਬਾ ਹੈ ਕਿ ਇਹ ਕਿਸੇ ਵੀ ਵਿਅਕਤੀ ਜਿੰਨਾ ਮਰਜ਼ੀ ਖੁਸ਼ਕ ਹੋਵੇ, ਸਮਾਜ ਦਾ ਨਾਂ ਵੀ ਸਾਂਝ ਰੱਖਦਾ ਹੋਵੇ, ਪਰ ਉਹਦੇ ਅੰਦਰ ਇਹ ਜਜ਼ਬਾ ਜ਼ਰੂਰ ਪੈਦਾ ਹੋਏਗਾ। ਉਹ ਭਾਵੇਂ ਜਾਨਵਰ ਰੱਖ ਕੇ ਮੋਹ ਮੁਹੱਬਤ ਕਰ ਲਵੇ, ਬਗੀਚੇ ਲਾ ਕੇ ਕਰ ਲਵੇ, ਫੁੱਲਾਂ ਨਾਲ ਪਿਆਰ ਕਰਕੇ ਕਰ ਲਵੇ, ਉਹ ਕੱਖਾਂ ਦੀ ਕੁੱਲੀ ਬਣਾ ਕੇ ਉਹਦੇ ਨਾਲ ਹੀ ਪਿਆਰ ਕਰਕੇ ਆਪਣਾ ਕਰ ਲਵੇ, ਇਹ ਜ਼ਰੂਰ ਹੋਏਗਾ। ਮਨੁੱਖ ਵਿੱਚ ਹਮਦਰਦੀ ਦਾ ਜਜ਼ਬਾ ਵੀ ਇਸੇ ਕਰਕੇ ਹੀ ਹੈ, ਇਸੇ ਕਰਕੇ ਹੈ। ਮੋਹ ਨੂੰ ਕਾਇਮ ਰੱਖਣ ਦੇ ਲਈ ਚੇਤਾ ਸ਼ਕਤੀ ਜਿਹੜੀ ਹੈ, ਯਾਦਾਸ਼ਤ ਬੜੀ ਕੰਮ ਕਰਦੀ ਹੈ। ਮੋਹ ਨੂੰ ਕਾਇਮ ਰੱਖਣ ਦੇ ਲਈ ਯਾਦਾਸ਼ਤ ਬੜੀ ਕੰਮ ਕਰਦੀ ਹੈ।
ਮਨੁੱਖ ਮੋਹ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਪ੍ਰਗਟ ਕਰਦਾ ਹੈ, ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਪ੍ਰਗਟ ਕਰਦਾ ਹੈ। ਹਿੰਦੁਸਤਾਨ ਦੇ ਜਿਹੜੇ ਭਜਨ ਕਰਨ ਵਾਲੇ ਜਾਂ ਤਤਵਿਤਾ ਪੁਰਸ਼ ਸਨ, ਉਹਨਾਂ ਨੇ ਦੂਸਰੇ ਵਿਕਾਰਾਂ ਨਾਲੋਂ ਮੋਹ ਨੂੰ ਪ੍ਰਧਾਨ ਮੰਨਿਆ ਹੈ। ਗੁਰਬਾਣੀ ਵਿੱਚ ਇਸ ਨੂੰ ਘੋਰ ਹਨੇਰਾ, ਘੁੱਪ ਹਨੇਰਾ, ਮਹਾਮੋਹ ਵੀ ਕਿਹਾ ਗਿਆ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹਨੂੰ ਮੋਹ ਨੂੰ ਖੂਹ ਵੀ, ਚਿੱਕੜ ਵੀ, ਜਾਲ ਵੀ, ਫਾਹੀ ਵੀ, ਰੱਸੀ, ਮਹਾਸਾਗਰ ਜਾਂ ਨੀਂਦ, ਇਹਨਾਂ ਚੀਜ਼ਾਂ ਨਾਲ ਤਸ਼ਬੀਹ ਦਿੱਤੀ ਹੈ। ਗੁਰਬਾਣੀ ਵਿੱਚ ਇਹ ਲਫ਼ਜ਼ ਮੋਹ ਲਈ ਵਰਤੇ ਗਏ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸਹਿਸਕ੍ਰਿਤੀ ਸ਼ਲੋਕ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੈ। ਇਹ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਮਰਦਨਾ ਗੁਣ ਗੰਧਰਵ ਦੇ ਮਨੁੱਖੰ ਪਸ਼ ਪੰਖੀ ਬੇਮੋਹਨੇ। हे अजित सूर संग्राम, हे सूर में ना जिते जान वाले मोह रूपी सूर में, हे तकड़े बलवान ਅਤੇ ਸਾਰਿਆਂ ਨੂੰ ਮਲ ਦੇਣ ਵਾਲਿਆ, ਇਹ ਦੁਨੀਆ ਤੱਕ ਹੀ ਦੇਵਤੇ ਵੀ, ਪਸ਼ੂ ਪੰਛੀ ਮਨੁੱਖ ਤੋਂ ਸਾਰਿਆਂ ਨੂੰ ਮੋਹ ਲੈਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇੰਨਾ ਬਲਵਾਨ ਹੈ, ਸਾਰਿਆਂ ਨੂੰ ਮੋਹ ਲੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਬਿਲਾਵਲ ਰਾਗ ਵਿੱਚ ਹੋਰ ਬਚਨ ਕਰਦੇ, ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਇੱਥੇ ਕੂਪ ਲਫ਼ਜ਼ ਖੂਹ ਲਈ ਵਰਤਿਆ ਵੀ ਹਨੇਰੇ ਖੂਹ ਵਿੱਚੋਂ, ਇਹਦਾ ਮਤਲਬ ਮੋਹ ਨੂੰ ਹਨੇਰੇ ਖੂਹ ਨਾਲ ਵੀ ਤਸ਼ਬੀਹ ਦਿੱਤੀ ਗਈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੋਹ ਮਗਨ ਕੂਪ ਅੰਧ ਤੇ, ਇਸ ਹਨੇਰੇ ਖੂਹ ਵਿੱਚੋਂ ਸਾਨੂੰ ਕੱਢ ਲੈ। ਮਗਰ ਮੋਹ ਦੇ ਇਸ ਜਿਹਦੇ ਵਿੱਚ ਮਸਤੀ ਵਿੱਚ ਫਸੇ ਹੋਏ ਹਾਂ, ਨਾਨਕ ਗੁਰ ਕਾਢ। ਇਹ ਨਾਨਕ ਸਾਨੂੰ ਇਹਦੇ ਵਿੱਚੋਂ ਕੱਢ ਲਓ। ਫਿਰ ਹੋਰ ਇੱਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਦਾਹਰਨ ਦਿੰਦੇ ਨੇ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰਬਾਂ ਪ੍ਰਭੂ ਪਕੜਾਏ ਜਿਉ। ਵਾਹਿਗੁਰੂ, ਅਸੀਂ ਮੋਹ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਚਿੱਕੜ ਵਿੱਚ ਫਸ ਗਏ ਹਾਂ। ਇਹਨੂੰ ਗੁਰੂ ਸਾਹਿਬ ਨੇ ਚਿੱਕੜ ਵੀ ਹੁਣ ਕਿਹਾ। ਇਹ ਆਪਾਂ ਰੋਜ਼ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ। ਤਿਤ ਸਰਵਣੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਖ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੇ ਡੂਬਿਆਲੇ। ਹਮ ਦੇਖਾ, ਇੱਥੇ ਦੇਖਾ ਉਚਾਰਨ ਨਹੀਂ ਹੋਣਾ, ਹਮ ਦੇਖਾ, ਮੇਰੇ ਵੇਖਦਿਆਂ ਵੇਖਦਿਆਂ ਇਸ ਭਾਵ ਸਾਗਰ ਵਿੱਚ ਕਈ ਡੁੱਬ ਗਏ, ਇਸ ਮੋਹ ਦੇ ਚਿੱਕੜ ਵਿੱਚ ਕਈ ਫਸ ਗਏ। ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕੜਾਏ ਜਿਉ। ਪਰ ਪ੍ਰਭੂ ਜੇ ਤੂੰ ਬਾਹ ਫੜਾ ਦੇਵੇਂ, ਫਿਰ ਇਸ ਚਿੱਕੜ ਵਿੱਚੋਂ ਅਸੀਂ ਨਿਕਲ ਸਕਦੇ ਹਾਂ। ਅਦਰਵਾਈਜ਼ ਚਿੱਕੜ ਚੋਂ ਨਿਕਲਣਾ ਬੜਾ ਔਖਾ ਹੈ। ਕਿੰਨਾ ਵੀ ਸ਼ੋਲਾ ਤੇਜ਼ ਤੁਰਨ ਵਾਲਾ ਗੱਭਰੂ ਕਿਉਂ ਨਾ ਹੋਵੇ, ਜਦੋਂ ਚਿੱਕੜ ਵਿੱਚ ਉਹਦੇ ਕਦਮ ਰੱਖਦੇ ਹੈ, ਕਦਮ ਪੈਂਦੇ ਹਨ, ਉਹਦੀ ਚਾਲ ਢਿੱਲੀ ਪੈ ਜਾਂਦੀ ਹੈ। ਚਿੱਕੜ ਇੱਕ ਐਸੀ ਚੀਜ਼ ਹੈ, ਤੇ ਜੇ ਚਿੱਕੜ ਥੋੜਾ ਜ਼ਿਆਦਾ ਹੋਵੇ ਤੇ ਫਿਰ ਉਹ ਚਾਲ ਢਿੱਲੀ ਹੀ ਨਹੀਂ ਪੈਂਦੀ, ਉੱਥੇ ਹੀ ਖੜੀ ਹੋ ਜਾਂਦੀ ਹੈ। ਬੰਦਾ ਪੈਰ ਚੁੱਕਦਾ ਹੈ, ਚੁੱਕਦਿਆਂ ਚੁੱਕਦਿਆਂ ਦੂਜਾ ਪੈਰ ਖੁੱਭ ਜਾਂਦਾ ਹੈ, ਫਿਰ ਦੂਜਾ ਪੈਰ ਕੱਢਦਾ ਹੈ ਤੇ ਪਹਿਲਾ ਪੈਰ ਖੁੱਭ ਜਾਂਦਾ ਹੈ। ਇਹ ਚਿੱਕੜ ਇਸ ਤਰ੍ਹਾਂ ਦਾ ਚਿੱਕੜ ਹੈ। ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਪੈਰ ਕੱਢਦਾ ਤੇ ਖੁੱਭ ਜਾਂਦਾ, ਪੈਰ ਕੱਢਦਾ ਤੇ ਖੁੱਭਦਾ, ਪੈਰ ਕੱਢਦਾ ਤੇ ਖੁੱਭਦਾ, ਬਸ ਇਸੇ ਚੱਕਰ ਦੀ ਫਸਿਆ ਰਹਿੰਦਾ ਹੈ। ਇਹਨੂੰ ਚਿੱਕੜ ਕਿਹਾ। ਚੀਕਣੀ ਮਿੱਟੀ ਹੋਵੇ ਤੇ ਚੀਕਣੀ ਮਿੱਟੀ ਵਿੱਚ ਤੁਸੀਂ ਚਿੱਕੜ ਹੋ ਜਾਏ, ਫਿਰ ਨਿਕਲਣਾ ਤਾਂ ਬਿਲਕੁਲ ਹੀ ਔਖਾ ਹੈ।
ਪੁਰਾਣੇ ਸਮੇਂ ਵਿੱਚ ਅੱਜ ਵੀ ਕੁਝ ਥਾਂ ਤੇ ਪਿੰਡਾਂ ਵਿੱਚ ਜਦੋਂ ਘਰ ਬਣਾਏ ਜਾਂਦੇ ਸਨ ਤਾਂ ਪਹਿਲਾਂ ਸੀਮਿੰਟ ਨਹੀਂ ਸੀ ਲਾਉਂਦੇ, ਚੀਕਣੀ ਮਿੱਟੀ ਇੱਟਾਂ ਦੇ ਇੱਟਾਂ ਰੱਖ ਕੇ ਜੋੜ ਦਿੰਦੇ ਸੀ। ਇੰਨੀ ਪਕੜ ਹੈ ਉਸ ਮਿੱਟੀ ਦੇ ਵਿੱਚ, ਕਿਉਂ ਹੈ ਤਾਂ ਚਿੱਕੜ ਹੀ ਸੀ ਨਾ। ਜਿਹਦੀ ਪਕੜ ਦੀ ਗੱਲ ਕੀਤੀ तो पंख पंख जमो पग नहीं चाले, हम देखा तो डूबे डुबदे जा रहा। इस करके सतगुरु कहते हे प्रभु हर बाह प्रभु पकड़ाए जियो, तेरी बाह तो बिना फड़न तो बिना असी नहीं निकल सकते, असी नहीं बच सकते। तो अपनी बाह फड़ा, अपनी बाह फड़ा तद कि असी इस चिक्कड़ विचों बाहर निकल आइए। मोह की जेवरी बांधियो चोर, फिर ਇਹੋ ਜਿਹੇ ਜਿਹੜੇ ਰੱਸੀ ਨਾਲ ਬੰਨ ਕੇ ਰੱਖ ਲੈਂਦਾ। ਤੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਮੋਹ ਦੇ ਵਿੱਚ ਸੰਸਾਰ ਡੁੱਬ ਗਿਆ। ਇਹ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਇਸ ਮੋਹ ਦੇ ਚਿੱਕੜ ਵਿੱਚ ਸਭ ਡੁੱਬਦੇ ਦੇਖੇ ਹਨ, ਮੈਂ ਸਭ ਦੇਖੇ ਹਨ। ਕੋਈ ਬਿਰਲਾ ਹੈ ਜਿਹੜਾ ਚੋਂ ਪਾਰ ਹੁੰਦਾ। ਪੁਰਾਣੇ ਮਜ਼ਹਬਾਂ ਦੀ ਗੱਲ ਕਰੀਏ ਤਾਂ ਮੋਹ ਦੇ ਬੰਧਨ ਤੋੜਨ ਲਈ ਇਸਤਰੀ ਪੁੱਤਰ ਸਾਕ ਸੰਬੰਧੀ ਸੰਸਾਰਕ ਪਦਾਰਥਾਂ ਨੂੰ ਦੁਖਦਾਇਕ ਦੱਸ ਕੇ ਨਫ਼ਰਤ ਪੈਦਾ ਕੀਤੀ ਗਈ ਵੀ ਇਹ ਸਾਰੇ ਦੁਖਦਾਈ ਹਨ। ਇਸਤਰੀ ਦਾ ਤਿਆਗ ਕਰ ਦਿਓ, ਬੱਚਿਆਂ ਦਾ ਤਿਆਗ ਕਰ ਦਿਓ, ਇਹ ਸਾਰੀ ਚੀਜ਼ਾਂ ਮੋਹ ਰੂਪੀ ਹਨ। ਇਹ ਪ੍ਰਾਤਨ ਮਜ਼ਹਬ ਦੀ ਗੱਲ ਕਰ ਰਿਹਾ। ਪਰ ਗੁਰਮੁਖ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਮੰਨਿਆ ਹੈ। ਗੁਰਮੁਖ ਨੇ ਇਹਨਾਂ ਨੂੰ ਤਿਆਗਣ ਤੇ ਕਿਤੇ ਜ਼ੋਰ ਨਹੀਂ ਦਿੱਤਾ। ਇਹਨਾਂ ਨੇ ਗੁਰਮੁਖ ਨੇ ਵਾਹਿਗੁਰੂ ਦੀ ਬਖਸ਼ਿਸ਼ ਮੰਨਿਆ ਹੈ। ਇਹਨਾਂ ਦੇ ਵਿਰੁੱਧ ਘਿਰਣਾ ਨਹੀਂ ਪੈਦਾ ਕੀਤੀ, ਨਫ਼ਰਤ ਪੈਦਾ ਨਹੀਂ ਕੀਤੀ। ਗੁਰੂ ਸਾਹਿਬ ਜੀ ਨੇ ਸਾਰੀ ਗੁਰਬਾਣੀ 'ਚ ਕਿਤੇ ਨਫ਼ਰਤ ਪੈਦਾ ਨਹੀਂ ਕੀਤੀ। ਗੁਰੂ ਜੀ ਨੇ ਕੋਈ ਅਜਿਹਾ ਕੋਈ ਫਾਰਮੂਲਾ ਜਾਂ ਵਿਵੇਕ ਜਾਂ ਵਿਰਾਗ ਨਹੀਂ ਦਿੱਤਾ ਜਿਸ ਤਰ੍ਹਾਂ ਜੀਵਨ ਤੋਂ ਜਗਤ ਤੋਂ ਨਫ਼ਰਤ ਕਰਕੇ ਇਹ ਆਪਣਾ ਸੰਸਾਰ ਛੱਡਣ ਦੀਆਂ ਗੱਲਾਂ ਕਰਨ ਲੱਗ ਪਈ। ਕੋਈ ਗੁਰੂ ਜੀ ਨੇ ਐਸਾ ਫਾਰਮੂਲਾ ਨਹੀਂ ਦੱਸਿਆ ਵੀ ਸੰਸਾਰ ਛੱਡ ਕੇ ਅਸੀਂ ਹੋਰ ਗੱਲਾਂ ਕਰੀਏ, ਕਿਤੇ ਨਹੀਂ ਦੱਸਿਆ। ਜੇ ਸੰਸਾਰ ਦੁਖਦਾਇਕ ਹੈ ਤਾਂ ਫਿਰ ਇਸ ਜੀਵਨ ਦੀ ਲੋੜ ਹੀ ਕੀ ਸੀ? ਜੇ ਸੰਸਾਰ ਦੁੱਖਾਂ ਦਾ ਹੀ ਘਰ ਹੈ, ਕਿਹਾ ਤੇ ਇਹੋ ਹੀ ਜਾਂਦਾ ਨਾ, ਸੁਝ ਮਤ ਇਹੋ ਹੀ ਕਹਿੰਦੇ ਨੇ ਵੀ ਸੰਸਾਰ ਦੁੱਖਾਂ ਦਾ ਘਰ ਹੈ, ਸੰਸਾਰ ਨੂੰ ਤਿਆਗ ਦਿਓ। ਮੈਂ ਬੇਨਤੀ ਕਰਾਂ, ਜਨਮ ਵੀ ਤਾਂ ਇਸੇ ਸੰਸਾਰ ਵਿੱਚ ਹੀ ਹੁੰਦਾ ਹੈ। ਜੇ ਸੰਸਾਰ ਸੱਚਮੁੱਚ ਹੀ ਦੁਖਦਾਇਕ ਹੁੰਦਾ ਤਾਂ ਫਿਰ ਇਹਦੇ ਵਿੱਚ ਜੀਵਨ ਦੀ ਲੋੜ ਨਹੀਂ ਸੀ। ਸਿੱਖ ਨੇ ਪਰਿਵਾਰ ਨਾਲ ਪ੍ਰੇਮ ਕਰਨਾ ਹੈ, ਪਰ ਨਾਲ ਨਾਲ ਮਨੁੱਖ ਮਾਤਰ ਦੀ ਸੇਵਾ ਵੀ ਕਰਨੀ ਹੈ, ਸਮਾਜ ਦੀ ਸੇਵਾ ਵੀ ਕਰਨੀ। ਧਨ ਪਦਾਰਥ ਕਮਾਉਣਾ ਹੈ, ਪਰ ਉਸ ਵਿੱਚੋਂ ਲੋੜਵੰਦ ਦੀ ਸਹਾਇਤਾ ਵੀ ਜ਼ਰੂਰ ਕਰਨੀ ਹੈ। ਧਨ ਪਦਾਰਥ ਕਮਾਉਣ ਤੇ ਕੋਈ ਪਾਬੰਦੀ ਨਹੀਂ ਲੱਗੀ, ਪਰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜੀਵਨ ਦਾ ਨਿਸ਼ਾਨਾ ਗੁੜ ਦੀ ਮੱਖੀ ਵਾਂਗੂ, ਜਿਹੜੀ ਗੁੜ ਦੇ ਉੱਤੇ ਮੱਖੀ ਬੈਠ ਜਾਏ, ਇਸ ਵਿੱਚ ਫਸ ਜਾਣਾ ਨਹੀਂ ਹੈ। ਆਮ ਕਹਾਵਤ ਹੈ ਕਿ ਗੁੜ ਤੇ ਮੱਖੀ ਬੈਠ ਜਾਏ ਤਾਂ ਉੜ ਨਹੀਂ ਸਕਦੀ ਜਦੋਂ ਗੁੜ ਬਣਦਾ ਹੈ, ਕਿਉਂਕਿ ਉਹਦੀ ਪਕੜ ਹੀ ਇੰਨੀ ਜ਼ਿਆਦਾ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਸਾਨੂੰ ਗੁਰਬਾਣੀ ਵਿੱਚ ਗੱਲ ਸਮਝਾਈ ਹੈ ਕਿ ਸਿੱਖ ਦੇ ਜੀਵਨ ਦਾ ਨਿਸ਼ਾਨਾ
ਗੁੜ ਦੀ ਮੱਖੀ ਵਾਂਗ ਇਹਨਾਂ ਪਦਾਰਥਾਂ ਵਿੱਚ ਫਸਣਾ ਨਹੀਂ ਹੈ। ਇਹਨਾਂ ਪਦਾਰਥਾਂ ਵਿੱਚ ਫਸ ਕੇ ਜੀਵਨ ਨੂੰ ਅਜਾਈਂ ਗਵਾਉਣਾ ਨਹੀਂ ਹੈ। ਧਨ ਪਦਾਰਥ ਜੀਵਨ ਨਿਰਵਾਹ ਲਈ ਹਨ, ਨਾ ਕਿ ਜੀਵਨ ਕੇਵਲ ਪਦਾਰਥ ਭੋਗਣ ਲਈ ਹੈ। ਕਮਾਲ ਦੀ ਗੱਲ ਗੁਰਬਾਣੀ ਨੇ ਸਾਨੂੰ ਸਮਝਾਈ ਹੈ ਕਿ ਧਨ ਪਦਾਰਥ ਕਾਹਦੇ ਲਈ ਹਨ? ਜੀਵਨ ਨਿਰਵਾਹ ਲਈ। ਜੀਵਨ ਕਿਵੇਂ ਚਲਾਉਣਾ ਹੈ, ਨਾ ਕਿ ਜੀਵਨ ਕੇਵਲ ਪਦਾਰਥਾਂ ਲਈ ਬਣਿਆ ਹੈ। ਬਿਲਕੁਲ ਨਹੀਂ। ਇਹਨਾਂ ਵਸਤੂਆਂ ਦੇ ਨਾਲ ਪਿਆਰ ਕਰਦਿਆਂ ਕਰਦਿਆਂ ਧਰਮ, ਸੇਵਾ, ਉਪਕਾਰ, ਆਜ਼ਾਦੀ ਤੇ ਕੁਰਬਾਨੀ ਦੀ ਲੋੜ ਪਵੇ ਤਾਂ ਇਹਨਾਂ ਨੂੰ ਵਾਰ ਦੇਣਾ, ਨਿਰਮੋਹ ਹੋਣਾ ਤੇ ਸੱਚਾ ਤਿਆਗੀ ਹੋਣਾ ਹੈ। ਉਦਾਹਰਨ ਸਾਡੇ ਸਾਹਮਣੇ ਹੈ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਦੀ। ਚਮਕੌਰ ਦੀ ਗੜੀ ਹੈ, ਦੁੜੀ ਚੰਦ ਦੀ ਹਵੇਲੀ। ਚਮਕੌਰ ਦੀ ਗੜੀ ਜਿਸ ਨੂੰ ਕਿਹਾ ਗਿਆ। 40 ਸਿੰਘ, 2 ਸਾਹਿਬਜ਼ਾਦੇ ਸਤਿਗੁਰੂ ਦੇ ਨਾਲ ਹਨ। ਦੁਸ਼ਮਣਾਂ ਦਾ ਘੇਰਾ ਬੜਾ ਵੱਡਾ ਹੈ। ਸੱਚਮੁੱਚ ਜੇ ਮੋਹ ਹੁੰਦਾ ਤੇ ਸਤਿਗੁਰੂ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਨਾ ਭੇਜਦੇ। ਜੇ ਮੋਹ ਹੁੰਦਾ, ਗੁਰੂ ਤਾਂ ਮੋਹ ਤੋਂ ਬਹੁਤ ਉੱਚੇ ਉੱਠ ਚੁੱਕੇ ਹਨ। ਗੁਰੂ ਤਾਂ ਇਸ ਮੋਹ ਦੀ ਪਕੜ ਵਿੱਚ ਫਸੇ ਹੀ ਨਹੀਂ। ਵੱਡੇ ਕੀਤੇ, ਪਾਲੇ, ਜਨਮ ਦਿੱਤਾ, ਸਭ ਕੁਝ ਪ੍ਰਬੰਧ ਕੀਤਾ, ਪਰ ਜਦੋਂ ਕੁਰਬਾਨ ਕਰਨ ਦੀ ਵਾਰੀ ਆਈ ਤਾਂ ਇੱਕ ਵਾਰੀ ਵੀ ਹਾਏ ਹੋਏ ਕੁਝ ਹੁਈਲ ਹੁਜਤ ਨਹੀਂ ਕੀਤੀ। ਇਹ ਮੋਹ ਤੋਂ ਨਿਰਮੋਹ ਹੋਣ ਦਾ, ਨਿਰਲੇਪ ਹੋਣ ਦਾ ਇੱਕ ਢੰਗ। ਇਹ ਹੈ ਤਰੀਕਾ ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵੀ ਇਹ ਸੰਸਾਰ ਦੀਆਂ ਅਵਸਥਾ ਦੇ ਨਾਲ ਪਿਆਰ ਕਰਦਿਆਂ ਕਰਦਿਆਂ ਧਰਮ, ਸੇਵਾ, ਉਪਕਾਰ, ਆਜ਼ਾਦੀ ਲਈ ਕੁਰਬਾਨੀ ਦੀ ਲੋੜ ਪਵੇ ਤਾਂ ਇਹਨਾਂ ਨੂੰ ਵਾਰ ਦੇਣਾ, ਇਹ ਨਿਰਮੋਹ ਹੋਣਾ ਹੈ ਤੇ ਸੱਚਾ ਤਿਆਗੀ ਹੋਣਾ ਹੈ। ਜੇ ਸੱਚਮੁੱਚ ਇਸ ਨੌਬਤ ਤੇ ਅਸੀਂ ਪਹੁੰਚ ਜਾਈਏ ਤਾਂ ਗੱਲ ਬੜੀ ਸਪਸ਼ਟ ਹੋ ਗਈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੰਸਾਰ ਦੀਆਂ ਚੀਜ਼ਾਂ, ਵਸਤਾਂ ਤੋਂ ਵਰਤਨ ਤੋਂ ਨਹੀਂ ਰੋਕਿਆ, ਪਰ ਹੱਦੋਂ ਵੱਧ ਉਹਨਾਂ ਦੀ ਪਕੜ ਤੋਂ ਗੁਰੂ ਸਾਹਿਬ ਜੀ ਨੇ ਰੋਕਿਆ ਹੈ। ਇਹੋ ਹੀ ਢੰਗ ਹੈ ਇਸ ਮੋਹ ਦੇ ਫਨੀਅਰ ਸੱਪ ਤੋਂ ਬਚ ਜਾਣ ਦਾ। ਉਹ ਹੈ ਨਿਰੰਕਾਰ ਦੀ ਯਾਦ, ਉਹਦਾ ਪਿਆਰ, ਉਹਦੀ ਬੰਦਗੀ। ਇਹ ਇੱਕੋ ਇੱਕ ਢੰਗ ਹੈ। ਮੋਹ ਇੱਕ ਐਸਾ ਵਿਕਾਰ ਹੈ, ਜਿਵੇਂ ਜਿਵੇਂ ਇਨਸਾਨ ਇਹਦੇ ਵਿੱਚ ਫਸਦਾ, ਕਦਮ ਰੱਖਦਾ ਹੈ, ਇਹ ਹੋਰ ਵੱਧਦਾ ਜਾਂਦਾ ਹੈ। ਕੇਵਲ ਗੁਰੂ ਦੀ ਕਿਰਪਾ ਨਾਲ ਹੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਹੰਕਾਰ। ਇਨਸਾਨ ਕੀ ਹੈ? इंसान परमात्मा की अंश है। कहो कबीर राम की अंश, राम की अंश है। संसार की है परमात्मा का अंश, परमात्मा का हिस्सा, परमात्मा की बूंद। जिवें संसार के सागरां तो बूंद ਵੱਖ ਹੋ ਜਾਵੇ ਤਾਂ ਉਹ ਬੂੰਦ ਬਣ ਜਾਂਦੀ ਹੈ, ਤਿਵੇਂ ਹੀ ਨਿਰੰਕਾਰ ਤੋਂ ਬਣੀ ਹੋਈ ਦੂਰੀ ਦੇ ਨਾਲ ਇਨਸਾਨ ਜਿਹੜਾ ਹੈ ਅਧੂਰਾ ਰਹਿ ਜਾਂਦਾ ਹੈ। ਭਾਵੇਂ ਸਮੁੰਦਰ ਦੇ ਪਾਣੀ ਦਾ ਇੱਕ ਬੂੰਦ ਪਾਣੀ ਦਾ ਅਸਲਾ ਇੱਕੋ ਹੀ ਹੈ, ਪਰ ਆਇਡੈਂਟੀਟੀ ਵੱਖਰੀ ਵੱਖਰੀ ਬਣ ਗਈ। ਇੱਕ ਬੂੰਦ ਬਣ ਗਿਆ, ਇੱਕ ਸਾਗਰ ਬਣ ਗਿਆ। ਇੱਕ ਬੂੰਦ, ਇੱਕ ਸਾਗਰ। ਇੱਕ ਦਾ ਨਾਂ ਸਾਗਰ ਹੈ, ਇੱਕ ਦਾ ਨਾਂ ਬੂੰਦ ਹੈ। ਕਦੋਂ? ਜਦੋਂ ਉਸ ਮੂਲ ਪਾਣੀ ਦੇ ਵਿੱਚੋਂ ਆਪਣਾ ਸੰਬੰਧ ਤੋੜ ਲਿਆ।
ਉਹ ਬੂੰਦ ਬਣ ਗਈ, ਮੂਲ ਸਾਗਰ ਵਿੱਚੋਂ ਆਪਣਾ ਸੰਬੰਧ ਤੋੜ ਦਿੱਤਾ। ਪਰ ਉਹਦੀ ਅਸਲ ਮੰਜ਼ਿਲ ਉਹ ਸਾਗਰ ਹੈ। ਸੂਰਜ ਦੀ ਰੋਸ਼ਨੀ ਦੀ ਅਸਲ ਮੰਜ਼ਿਲ ਸੂਰਜ ਹੈ। ਉਹਦੇ ਰੋਸ਼ਨੀ ਉਹਦੇ ਵਿੱਚੋਂ ਜਨਮ ਲੈਂਦੀ ਹੈ। ਇਨਸਾਨ ਤੇ ਪਰਮਾਤਮਾ ਦਾ ਸੰਬੰਧ ਵੀ ਇਸ ਤਰ੍ਹਾਂ ਦਾ ਹੈ ਜਿਵੇਂ ਸਾਗਰ ਤੇ ਉਹਦੀ ਬੂੰਦ ਦਾ ਅਸਲਾ ਇੱਕੋ ਹੈ, ਇਸੇ ਤਰ੍ਹਾਂ ਪਰਮਾਤਮਾ ਤੇ ਇਨਸਾਨ ਦਾ ਅਸਲਾ ਵੀ ਇੱਕੋ ਹੈ। ਫਿਰ ਕੀ ਗੱਲ ਹੈ ਕਿ ਮਨੁੱਖ ਇਵੇਂ ਨਜ਼ਰ ਆਉਂਦਾ ਹੈ ਜਿਵੇਂ ਸਰਵ ਵਿਆਪਕ ਪਰਮਾਤਮਾ ਤੋਂ ਆਜ਼ਾਦੀ ਚਾਹੁੰਦਾ, ਇਹ ਸੋਚਦਾ ਮੇਰੀ ਕੋਈ ਆਪਣੀ ਆਇਡੈਂਟੀਟੀ ਹੈ, ਮੇਰੀ ਕੋਈ ਆਪਣੀ ਵੱਖਰੀ ਹੋਂਦ ਹੈ। ਇਹ ਕੀ ਕਾਰਨ ਕੀ ਹੈ? ਸਿੱਖੀ ਨੇ ਇਸ ਪ੍ਰਸ਼ਨ ਦਾ ਜਵਾਬ ਦਿੱਤਾ ਵੀ ਇਹ ਗੱਲ ਹਉਮੈ ਕਰਕੇ ਹੈ, ਤੇ ਵੱਖਰਾਪਨ ਹਉਮੈ ਕਰਕੇ ਹੈ, ਮੈਂ ਮੇਰੀ ਕਰਕੇ ਹੈ, ਮਮਤਾ ਕਰਕੇ ਹੈ, ਹੰਕਾਰ ਕਰਕੇ ਹੈ। ਇਸ ਹਉਮੈ ਦੇ ਪਰਦੇ ਦੇ ਕਾਰਨ ਇਹ ਜੀਵ ਅੰਸ਼ ਆਪਣੇ ਪੂਰਨ ਪਰਮਾਤਮਾ ਪਰਮ ਸਰੂਪ ਪਰਮੇਸ਼ਰ ਨੂੰ ਭੁੱਲ ਜਾਂਦੀ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਧਨ ਫਿਰਕਾ ਇੱਕ ਸੰਗ ਹੀ ਬਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰ ਪੂਰੈ ਹਉਮੈ ਭੀਤ ਤੋਰੀ, ਜਦ ਨਾਨਕ ਮਿਲੇ ਬਨਵਾਰੀ। ਮਿਲਾਦ ਲੱਗਦਾ ਬੋਲ ਗੁਰੂ ਰਾਮਦਾਸ ਮਹਾਰਾਜ ਦਾ ਹੈ। ਬੜਾ ਲੰਬੇਰਾ ਸ਼ਬਦ ਹੈ, ਜਦੋਂ ਅਸੀਂ ਇਸਨੂੰ ਪੜਾਂਗੇ। ਧਨ ਫਿਰਕਾ ਇੱਕ ਸੰਗ ਹੀ ਬਾਸਾ, ਜੀਵ ਰੂਪੀ ਇਸਤਰੀ ਤੇ ਅਕਾਲ ਪੁਰਖ ਪਤੀ ਦੇ ਦਰਮਿਆਨ ਹਉਮੈ ਦੀ ਕੰਧ ਖੜੀ ਹੋ ਗਈ। ਤੇ ਟੁੱਟਦੀ ਕਦੋਂ ਹੈ? ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਜਦੋਂ ਗੁਰੂ ਦੀ ਕਿਰਪਾ ਕਰਕੇ ਇਸ ਹਉਮੈ ਦੀ ਦੀਵਾਰ ਨੂੰ ਜੀਵ ਤੋੜ ਸੁੱਟੇ, ਫਿਰ ਪਰਮਾਤਮਾ ਦੇ ਅੰਦਰੋਂ ਦੀਦਾਰ ਹੋ ਜਾਣਗੇ, ਦਰਸ਼ਨ ਹੋ ਜਾਣਗੇ, ਪਰਮਾਤਮਾ ਅੰਦਰੋਂ ਨਜ਼ਰ ਆਏਗਾ। ਪਰਮਾਤਮਾ ਦਾ ਘਰ, ਪਰਮਾਤਮਾ ਦਾ ਦੇਸ਼ ਨੇੜੇ ਦਿਸ ਪਏਗਾ। ਸਮਝ ਆ ਜਾਏਗੀ ਕਿ ਪਰਮਾਤਮਾ ਦਾ ਵਾਸਾ ਸਾਡੇ ਅੰਦਰ ਹੈ, ਸਾਡੇ ਘਰ ਵਿੱਚ ਹੈ। ਕਿਉਂਕਿ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਹਉਮੈ ਦਾ ਪਰਦਾ ਹੈ, ਜੋ ਤਿਤਲੀ ਦੇ ਪਰ ਤੋਂ ਵੀ, ਖੰਭ ਤੋਂ ਵੀ ਪਤਲਾ ਹੈ। ਪਰ ਸਾਡੇ ਨਾ ਵੇਖਣ ਕਰਕੇ, ਅਗਿਆਨਤਾ ਕਰਕੇ ਪਰਮਾਤਮਾ ਸਾਨੂੰ ਦੂਰ ਦਿਸਦਾ ਹੈ। ਪਰਮਾਤਮਾ ਸਾਨੂੰ ਦੂਰ ਨਜ਼ਰ ਆਉਂਦਾ ਹੈ। ਇਸ ਦੂਰੀ ਦਾ ਨਾਮ ਹੀ ਹਉਮੈ ਹੈ। ਮੈਂ ਹਉ, ਮੈਂ ਹਾਂ, ਮੈਂ ਹਾਂ, ਹਉ ਮੈਂ, ਬਸ ਇਹ ਸਾਨੂੰ ਦੂਰੀ ਨਜ਼ਰ ਆਉਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੋਠ ਸਾਹਿਬ ਦਾ ਸ਼ਬਦ ਚ ਕਹਿੰਦਾ ਹੈ, ਹੁਣ ਨਹੀਂ ਸੰਦੇਸ਼ਰੋ ਮਾਇਓ। ਉਹਦੇ ਚ ਇੱਕ ਪੰਕਤੀ ਆਉਂਦੀ ਹੈ, ਹਉ ਹਉ ਭੀਤ ਭਿਓ ਹੈ ਵਿਚੋ, ਸੁਣਤ ਦੇਸ਼ ਦਿਖਟਾਇਓ, ਪਾ ਧੀਰੀ ਕੇ ਪਾਤ ਪਾ ਪਰਦੋ, ਬਿਨ ਦੇਖੇ ਦੁਰਾਇਓ। ਹਉ ਹਉ ਭੀਤ ਭਿਓ ਹੈ ਵਿਚੋ, ਸੁਣਤ ਦੇਸ਼ ਨਿਕਟਾਇਓ, ਭਾਂਬੀਰੀ ਕੇ ਪਾਤ ਪਰਦੋ, ਬਿਨ ਦੇਖੇ ਦੁਰਾਇਓ। ਬਿਨਾਂ ਦੇਖਣ ਤੋਂ ਦੂਰ ਜਾਪਦਾ। ਕਿਉਂ ਨਹੀਂ ਦਿਸਦਾ? ਕਿਉਂਕਿ ਵੇਖਿਆ ਨਹੀਂ, ਦੂਰ ਹੈ, ਦੂਰ ਜਾਪਦਾ ਹੈ। ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਵੀ ਜਿਹੜਾ ਮਮਤਾ ਵਿੱਚ ਫਸ ਜਾਂਦਾ ਹੈ, ਉਹਨੂੰ ਦੂਰ ਜਾਪਦਾ ਹੈ, ਉਹਨੂੰ ਪਰਮਾਤਮਾ ਦੂਰ ਲੱਗਦਾ ਹੈ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ,
ਗੋੜੀ ਰਾਗ ਦਾ ਬਚਨ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪਰਦਾ ਹੋਵੇ ਪਾਈ। ਹੋਵੇ ਦਾ ਪਰਦਾ ਖੜਾ ਹੋ ਗਿਆ। ਇਨਸਾਨ ਆਪਣੀ ਹਸਤੀ ਨੂੰ ਪਰਮਾਤਮਾ ਤੋਂ ਵੱਖਰਾ ਮੰਨੇ ਕਿ ਮੇਰੇ ਤੇ ਪਰਮਾਤਮਾ ਅੰਦਰ ਕੋਈ ਵਿਤ ਹੈ, ਬਸ ਇਸ ਵਖਰੇਵੇਂ ਦਾ ਨਾਂ ਹੀ ਹੋਵੇ ਹੈ। ਇਸ ਵਖਰੇਵੇਂ ਦਾ ਨਾਮ ਹੀ ਹੋਵੇ ਹੈ। ਜਦੋਂ ਬਾਲਕ ਜਨਮ ਲੈਂਦਾ ਤਾਂ ਸ਼ੁਰੂ ਵਿੱਚ ਆਪਣੇ ਆਪ ਨੂੰ ਜਗਤ ਦੇ ਮਾਲਕ ਪਰਮਾਤਮਾ ਨਾਲ ਇੱਕਮਿਕ ਮਹਿਸੂਸ ਕਰਦਾ ਹੈ। ਤੇ ਬਾਲਕ ਜਨਮ ਲੈਂਦਾ, ਜਿਉਂ ਜਿਵੇਂ ਉਹਦੀ ਚੇਤਨਾ ਵੱਧਦੀ ਹੈ, ਸ਼ਕਤੀ ਵੱਧਦੀ ਹੈ, ਪਛਾਣ ਦੀ ਸ਼ਕਤੀ ਵੱਧਦੀ ਹੈ, ਚੇਤਨਾ ਵੱਧਦੀ ਹੈ, ਤਿਵੇਂ ਵਖਰੇਵਾਪਨ, ਅੱਡਰਾਪਨ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ। ਮੈਂ ਮੇਰੀ ਸ਼ੁਰੂ ਹੋ ਜਾਂਦੀ। ਉਹ ਸਮਝਦਾ ਹੈ ਮੈਂ ਕੁਝ ਹੋਰ ਹਾਂ, ਉਹ ਕੁਝ ਹੋਰ ਹੈ, ਉਹ ਮੇਰਾ ਹੈ, ਉਹ ਉਸਦਾ ਹੈ। ਜਦੋਂ ਮੇਲ ਤੇਲ ਦਾ ਸਿਲਸਿਲਾ ਕਾਇਮ ਹੋ ਜਾਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਜੀਵ ਦੇ ਅੰਦਰ ਹਉਮੈ ਦਾ ਬੀਜ ਬੀਜਿਆ ਜਾ ਚੁੱਕਾ ਹੈ। ਇਹ ਗੱਲ ਸਮਝ ਲੈਣੀ ਚਾਹੀਦੀ। ਜਦੋਂ ਅੱਡਰਾਪਨ, ਜਦੋਂ ਮੇਲ ਤੇ ਤੇਲ ਦਾ ਬੀਜ ਅੰਦਰ ਬੀਜਿਆ ਜਾਵੇ, ਸਮਝ ਲੈਣਾ ਚਾਹੀਦਾ ਹੈ ਕਿ ਅੰਦਰ ਇਹ ਬੀਜ ਜਿਹੜਾ ਹੈ ਬੀਜ ਬੀਜਿਆ ਜਾ ਚੁੱਕਾ ਹੈ। ਫਿਰ ਇਹ ਮੇਲ ਤੇਲ ਦਾ ਜਿਹੜਾ ਜਜ਼ਬਾ ਹੈ ਤ੍ਰਿਸ਼ਨਾ ਨੂੰ ਵੀ ਜਨਮ ਦਿੰਦਾ ਹੈ, ਮੋਹ ਨੂੰ ਵੀ ਜਨਮ ਦਿੰਦਾ ਹੈ। ਜੀਵ ਤ੍ਰਿਸ਼ਨਾ ਦੀ ਅੱਗ ਵਿੱਚ ਲਿਪਟਿਆ ਹੋਇਆ ਧਨ ਪਦਾਰਥਾਂ ਨੂੰ ਇਕੱਠਾ ਕਰਨ ਦੇ ਉਦਮ ਵਿੱਚ ਲੱਗ ਤੁਰਦਾ ਹੈ। ਉਹ ਜੀਵ ਜੋ ਪਹਿਲਾਂ ਪਰਮਾਤਮਾ ਦੇ ਨਾਲ ਇੱਕਮਿਕ ਸੀ, ਜੋ ਪਰਮਾਤਮਾ ਦੀ ਬੰਦਗੀ ਵਿੱਚ ਰਚਿਆ ਹੋਇਆ ਸੀ, ਉਹ ਹਉਮੈ ਦੀ ਪਕੜ ਦੇ ਕਾਰਨ ਤਪਦਾ, ਸੜਦਾ, ਦੁਖੀ ਹੁੰਦਾ। ਐਸਾ ਕਿਉਂ? ਕਿਉਂਕਿ ਹਉਮੈ ਦਾ ਸੁਭਾਅ ਹੀ ਐਸਾ ਹੈ। ਹਉਮੈ ਦਾ ਸੁਭਾਅ ਹੀ ਹੈ। ਸਤਿਗੁਰੂ ਕਹਿੰਦੇ ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਜੇ ਮਨੁੱਖ ਨੇ ਮਖਮਲੀ ਜੁੱਤੀ ਪਾਈ ਹੋਈ ਹੋਵੇ, ਬੜੀ ਨਰਮ, ਬਹੁਤ ਸੌਫਟ, ਤੇ ਉਹਦੇ ਪੈਰ ਵਿੱਚ ਕੰਡਾ ਚੁੱਭ ਜਾਏ, ਇਹ ਭੁਲੇਖਾ ਰੱਖੇ ਕਿ ਮੈਂ ਇਸ ਸੌਫਟ ਮਖਮਲੀ ਜੁੱਤੀ ਪਾਈ ਹੋਈ ਹੈ, ਇਹ ਮੈਨੂੰ ਦਰਦ ਨਹੀਂ ਕਰੇਗਾ, ਤਾਂ ਉਹਦਾ ਭੁਲੇਖਾ ਹੈ। ਉਸ ਕੰਡੇ ਦੀ ਪੀੜ ਨਾਲ ਇਨਸਾਨ ਤੁਰ ਨਹੀਂ ਸਕਦਾ। ਇਸ ਤਰ੍ਹਾਂ ਮਨੁੱਖ ਦੇ ਅੰਦਰ ਹਉਮੈ ਦਾ ਕੰਡਾ ਹੈ, ਚੁੱਭ ਜਾਏ ਤਾਂ ਫਿਰ ਉਹ ਮਨੁੱਖ ਨੂੰ ਹਮੇਸ਼ਾ ਤੰਗ ਹੀ ਕਰਦਾ ਰਹਿੰਦਾ ਹੈ, ਦੁਖੀ ਕਰਦਾ ਰਹਿੰਦਾ ਹੈ। ਅਸੀਂ ਆਪ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣਿਆ, ਤੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲਣਾ ਚੁਭੈ ਦੁੱਖ ਪਾਵੇਂ, ਜਮਕਾਲ ਸਹੇ ਸਿਰ ਡੰਡਾ ਹੈ। ਸੋਹਿਲੇ ਦੀ ਬਾਣੀ ਅਸੀਂ ਪੜ੍ਹਦੇ ਹਾਂ, ਪੰਕਤੀ ਵੀ ਰੋਜ਼ ਪੜ੍ਹਦੇ ਹਾਂ। ਸਾਕਤ ਹਰ ਰਸ ਸਾਧ ਨਾ ਜਾਣਿਆ। ਰੱਬ ਨਾਲੋਂ ਟੁੱਟੇ ਹੋਏ ਮਨੁੱਖ ਨੇ ਹਰੀ ਦੇ ਨਾਮ ਦਾ ਸਵਾਦ ਨਹੀਂ ਦੇਖਿਆ। ਸਵਾਦ ਨਾ ਆਉਣ ਕਰਕੇ ਫਿਰ ਅੰਤਰ ਹਉਮੈ ਕੰਡਾ ਹੈ। ਅੰਦਰ ਹੰਕਾਰ ਤੇ ਹਉਮੈ ਦਾ ਕੰਡਾ ਚੁੱਭ ਜਾਂਦਾ ਹੈ, ਤੇ ਜਿਵੇਂ ਫਿਰ ਜੀਵਨ ਦੀ ਯਾਤਰਾ ਅੱਗੇ ਨੂੰ ਤੋਰਦਾ ਹੈ, ਜਿਉਂ ਚੱਲਣਾ ਚੁਭੈ ਦੁੱਖ ਪਾਵੇਂ, ਜਮਕਾਲ ਸਹੇ ਸਿਰ ਡੰਡਾ ਹੈ। ਮੌਤ ਦਾ ਡਰ ਵੀ ਬਣਿਆ ਰਹਿੰਦਾ ਹੈ, ਚੱਲਦਾ ਹੈ,
ਤੇ ਇਹ ਚੁਭਦਾ ਹੈ, ਦੁਖੀ ਕਰਦਾ ਹੈ, ਦੁਖੀ ਕਰਦਾ ਹੈ ਤੇ ਜੀਵਨ ਬਰਬਾਦ ਹੋ ਜਾਂਦਾ ਹੈ। ਇਹ ਆਪਾਂ ਸਮਝ ਲਈਏ ਕਿ ਮਖਮਲੀ ਜੁੱਤੀ ਪਾ ਕੇ ਇਹ ਸਮਝ ਲੈਣਾ ਕਿ ਇਹਦੀ ਹੁਣ ਪੀੜਾ ਦੂਰ ਹੋਈ ਹੈ ਤੇ ਇਹਨੂੰ ਪੀੜਾ ਇਹਦੇ ਨੇੜੇ ਨਹੀਂ ਆ ਸਕਦੀ, ਇਹ ਸਮਝ ਲਵੇ, ਇਹ ਫਿਰ ਬਹੁਤ ਵੱਡਾ ਭੁਲੇਖਾ ਹੈ। ਅਸੀਂ ਇਹੋ ਕੁਝ ਕਰਦੇ, ਬਸ ਸਾਡੀ ਗਲਤੀ ਇਹੋ ਹੀ ਹੈ ਕਿ ਅਸੀਂ ਅਸਲੀਅਤ ਤੋਂ ਹਟ ਕੇ ਇਹਨਾਂ ਚੀਜ਼ਾਂ ਵਿੱਚ ਫਸ ਗਏ। ਹਉਮੈ ਦੇ ਕੰਡੇ ਦੇ ਕਾਰਨ ਕਈ ਵਾਰੀ ਮਨੁੱਖ ਫਿਰ ਹੋਰ ਤਰ੍ਹਾਂ ਦੇ ਕਰਮ ਕਾਂਡ ਵੀ ਕਰਨ ਲੱਗ ਪੈਂਦਾ ਹੈ, ਜਿਵੇਂ ਭੁੱਖੇ ਰਹਿਣਾ, ਵਰਤ ਰੱਖਣੇ, ਤੀਰਥ ਇਸ਼ਨਾਨ ਦੇ ਨਾਲ ਬਾਹਰਲੀ ਸਰੀਰ ਦੀ ਮੈਲ ਤਾਂ ਧੋਤੀ ਜਾ ਸਕਦੀ ਹੈ, ਪਰ ਅੰਦਰਲੀ ਹਉਮੈ ਦੀ ਮੈਲ ਜਿਹੜੀ ਹੈ ਉਹ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਧੋਤੀ ਜਾ ਸਕਦੀ। ਸਤਿਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਦੀ ਹਾਲਤ ਕੀ ਹੈ, ਜੇ ਤੇਰੇ ਤੀਰਥ ਨਾਏ, ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇਕ ਤੇ ਨਾ ਮੰਨੈ। ਘਰ ਕੋ ਠਾਕੁਰ ਇੱਕ ਤਿਲ ਨਾ ਮੰਨੈ, ਇੱਕ ਤਿਲ ਦਾ ਸਮਾਂ ਵੀ ਨਹੀਂ ਮੰਨਦਾ। ਕਿਉਂ? ਕਿਉਂਕਿ ਹਉਮੈ ਵਿੱਚ ਉਹਦੀ ਸਾਰੀ ਜ਼ਿੰਦਗੀ ਫਿਰ ਵਿਅਰਥ ਬੀਤ ਜਾਂਦੀ ਹੈ। ਜਿਹੜਾ ਅਸਲੀ ਕੰਮ ਕਰਨਾ ਸੀ ਉਹ ਨਹੀਂ ਹੁੰਦਾ। ਕਰਨੋ ਹੋ ਤੋ ਸੋ ਨਾ ਕੀਓ, ਕਰਿਓ ਲੋਭ ਕੇ ਅੰਤ। ਜ਼ਿੰਦਗੀ ਸਾਰੀ ਅਸਾਈ ਚਲੀ ਜਾਂਦੀ ਹੈ। ਜਿਹੜਾ ਅਸਲੀ ਕੰਮ ਕਰਨਾ ਸੀ ਹੁੰਦਾ ਨਹੀਂ। ਪੁੱਤਰ, ਜਵਾਨੀ, ਇਸਤਰੀ, ਰੰਗ ਰੂਪ, ਵਿਦਿਆ, ਮਾਲ ਧਨ, ਇਹਦੇ ਪਿੱਛੇ ਹੀ ਸਾਰੀ ਦੌੜ ਬਣੀ ਰਹਿੰਦੀ ਤੇ ਮਨ ਦੇ ਵਿੱਚ ਫਿਰ ਸਦਾ ਅਸ਼ਾਂਤੀ ਬਣੀ ਰਹਿੰਦੀ, ਸ਼ਾਂਤੀ ਨਹੀਂ ਹੁੰਦੀ। ਪੁੱਤਰ, ਜਵਾਨੀ, ਇਸਤਰੀ, ਰੰਗ ਰੂਪ, ਇਹਦੇ ਨਾਲ ਕੀ ਹੁੰਦਾ? ਦੌੜ ਭੱਜ ਵੱਧ ਗਈ, ਮਨ ਅਸ਼ਾਂਤ ਹੋ ਗਿਆ। ਜੀਵ ਹਉਮੈ ਦੀ ਪਕੜ ਵਿੱਚ ਆ ਕੇ ਆਕੜਾ ਮਾਰਦਾ ਤੇ ਫਿਰ ਇਹ ਕਹਿੰਦਾ ਮੈਂ ਜਿਹਨੂੰ ਮਰਜ਼ੀ ਬੰਨ ਸਕਦਾ ਹਾਂ, ਮੈਂ ਜਿਹਨੂੰ ਮਰਜ਼ੀ ਛੱਡ ਸਕਦਾ ਹਾਂ, ਸਾਡੀ ਜ਼ਮੀਨ ਹੈ, ਕੋਈ ਪੈਰ ਰੱਖ ਕੇ ਦੇਖੇ ਪੈਰ ਵੜ ਦਿਆਂਗੇ। ਇਹ ਮਨੁੱਖ ਦੀ ਬੋਲੀ ਹੈ। ਮੈਂ ਬੜਾ ਵਿਦਵਾਨ ਹਾਂ, ਸਿਆਣਾ ਹਾਂ, ਸਾਰਾ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ। ਹੋਂ ਬੰਧੂ, ਹੋ ਸਾਧੂ ਪੈਰ, ਅਮਰੀ ਭੂਮ, ਕੌਣ ਘਾਲੇ ਪੈਰ, ਰੱਖ ਕੇ ਦਿਖਾ ਦੇ ਕੋਈ ਪੈਰ। ਹੋ ਪੰਡਤ, ਹੋ ਚਤਰ ਸਿਆਣਾ, ਕਰਨੇ ਹਾਰ ਨਾ ਪੁੱਜੇ ਬੇਗਾਨਾ। ਕਰਨੇ ਹਾਰ ਨੂੰ ਪੁੱਛਦਾ ਹੀ ਨਹੀਂ। ਤੋ ਇਹ ਇੱਕ ਐਸਾ ਸਾਡੇ ਜੀਵਨ ਦੇ ਇੱਕ ਗੇੜ ਚੱਲ ਪੈਂਦਾ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ, ਜੋਵਨਵੰਤ ਅਚਾਰ ਕਲੀਨਾ ਮਨ ਮੈਂ ਹੋਏ ਗੁਮਾਨੀ। ਗੁਰੂ ਸਾਹਿਬ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ। ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ। ਬੜਾ ਜਵਾਨ ਸੀ, ਸ਼ੈਲ ਸ਼ਬੀਲਾ, ਬੰਕੇ ਦੇ ਬੰਕਾ ਜਵਾਨ ਤੇ ਘੋੜੇ ਤੇ ਸਵਾਰ, ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਸਤਿਗੁਰੂ ਕਹਿੰਦੇ ਗਰਭ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ। ਉਹ ਬੰਦਿਆ ਇਹ ਚੋਂ ਬਾਹਰ ਨਿਕਲ, ਮੇਰੀ ਤੋਂ ਬਾਹਰ ਆ, ਕਿਉਂਕਿ ਮੇਰੀ ਕਰਤੇ ਜਨਮ ਗਿਓ, ਸਾਇਰ ਸੋ ਭੁਜੰਗ ਬਲਿਓ। ਮੇਰੀ ਕਰਤੇ। ਤੋ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਬੰਦਾ ਇਹਦੇ ਜਕੜਿਆ ਜਾਂਦਾ ਫਿਰ ਕਹਿੰਦਾ ਹੋ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝੇ ਸਮਾਨੀ, ਜੋਵਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਮੇਰੇ ਵਰਗਾ ਜਵਾਨ ਕੌਣ ਹੈ? ਮੇਰੇ ਤਾਂ ਕੱਦ ਹੀ ਬੜਾ ਲੰਬਾ ਹੈ। ਮੇਰੇ ਕੋਲ ਤਾਕਤਵਰ ਕੌਣ ਹੈ? ਮੇਰੇ ਨੇੜੇ ਕੋਈ ਨਹੀਂ ਆ ਸਕਦਾ।
ਤੇ ਇਹਦਾ ਸਾਰੀਆਂ ਚੀਜ਼ਾਂ ਦਾ ਫਿਰ ਮਨ ਵਿੱਚ ਹੰਕਾਰ ਹੁੰਦਾ, ਹਉਮੈ ਸ਼ੁਰੂ ਹੋ ਜਾਂਦੀ ਹੈ। ਹਉਮੈ ਦੇ ਵਿੱਚ ਫਸਿਆ ਹੋਇਆ ਜੀਵ ਹਰ ਸਮੇਂ ਇੱਕੋ ਹੀ ਗੱਲ ਸੋਚਦਾ ਹੈ ਕਿ ਮੈਂ ਇੰਨੀ ਜ਼ਮੀਨ ਜਾਇਦਾਦ ਦਾ ਮਾਲਕ ਹਾਂ, ਮੈਂ ਇੰਨਾ ਵੱਡਾ ਧਨਵਾਨ ਹਾਂ, ਮੈਂ ਇਤਨਾ ਵੱਡਾ ਗਿਆਨੀ ਹਾਂ, ਰਾਣੇ ਨੇ ਮੈਨੂੰ ਸਲਾਮ ਕਿਉਂ ਨਹੀਂ ਕੀਤੀ, ਮੈਨੂੰ ਬੁਲਾਇਆ ਕਿਉਂ ਨਹੀਂ, ਮੇਰੀ ਗੱਲ ਕਿਉਂ ਨਹੀਂ ਮੰਨੀ, ਉਹਨੇ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ। ਇਹ ਵਿਚਾਰ ਆਪ ਪੈਦਾ ਹੁੰਦੇ ਨੇ ਕਿਉਂਕਿ ਸਾਡੇ ਰੋਜ਼ਾਨਾ ਜੀਵਨ 'ਚ ਹੁੰਦਾ ਹੈ। ਮੈਂ ਗੱਲ ਸਿਰਫ ਉਹੀ ਕਰ ਰਿਹਾ ਜਿਹੜੀ ਸਾਡੇ ਰੋਜ਼ਾਨਾ ਜੀਵਨ ਵਿੱਚ ਨਾਲੋਂ ਨਾਲ ਚੱਲਦੀ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਵੱਡਾ ਕਹਾਉਣ ਦਾ ਚਾਹਵਾਨ ਮਨੁੱਖ ਆਪਣੀ ਵਡਿਆਈ ਵਿੱਚ ਆਪੇ ਹੀ ਖਪ ਕੇ ਮਰ ਜਾਂਦਾ ਹੈ। ਸਾਰੀ ਜ਼ਿੰਦਗੀ ਐਵੇਂ ਨਿਕਲ ਜਾਂਦੀ ਹੈ। ਤੋ ਇਸ ਵੱਡੇਪਣ ਦਾ ਜਾਂ ਆਪਣੇਪਣ ਦਾ, ਆਪਣਤ ਦਾ ਪਰਮੇਸ਼ਰ ਦੀ ਦਰਗਾਹ ਵਿੱਚ ਕੋਈ ਸਥਾਨ ਨਹੀਂ। ਪਰਮੇਸ਼ਰ ਦੇ ਘਰ 'ਚ ਕੋਈ ਜਗ੍ਹਾ ਨਹੀਂ, ਨਾ ਹੀ ਉਹਦੀ ਗੱਲ ਬਣ ਸਕਦੀ ਹੈ। ਜੱਜਾ ਜਾਣੇ ਹੋ ਕੁਛ ਹੁਆ ਬਾਂਧਿਓ, ਜੋ ਨਲਨੀ ਪਰਮ ਸੂਆ, ਜੋ ਜਾਣੇ ਹੋ ਭਗਤ ਗਿਆਨੀ, ਆਗੇ ठाकुर तिल नहीं मानी, जो जाने मैं कथनी करता, बेबारी बेसुदा जो फिरता, साध संग जे होमे मारी, नानक ताको मेरे मुरारी। सतगुरु जी ने ये साडे हौमे ਦੀਆਂ ਗੱਲਾਂ ਸਾਨੂੰ ਸਮਝਾਈਆਂ ਹਨ। ਇਸ ਹਉਮੈ ਦੀ ਗੱਲ ਨੂੰ ਅਸੀਂ ਫਿਰ ਅੱਗੇ ਤੋਰਾਂਗੇ ਕਿ ਅੱਜ ਸਮਾਂ ਹੋ ਗਿਆ, ਸਮਾਪਤੀ ਹੋ ਨਹੀਂ ਸਕੇਗੀ। ਇਸੇ ਹੀ ਗੱਲ ਨੂੰ ਲੈ ਕੇ ਤੇ 50 ਵਿਸ਼ੇ ਵਿਕਾਰਾਂ ਦਾ ਥੋੜਾ ਜਿਹਾ ਆਪਾਂ ਰਿਪੀਟ ਕਰਕੇ ਅਗਲੇ ਹਫਤੇ ਦੀ ਵਿਚਾਰ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਪਿਆਰ ਸਤਿ ਫਤਿਹ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।